ਲਾਂਗੇ। ਥੋੜਾ ਬਹੁਤਾ ਤਾਂ ਵੀਰ ਜੀ, ਥੋੜਾ ਬਹੁਤਾ ਤਾਂ ਇਹਦਾ ਖਰਚਾ ਵੀ ਨਹੀਂ ਪੂਰਾ ਕਰ ਰਹੀ ਹੈਗੀ। ਇਹਦਾ 600 ਰੁਪਏ ਨਰਮਾ ਨਾ, ਅਸੀਂ ਕਿਸਾਨ ਕਿੱਥੇ ਜਾਵਾਂਗੇ? 600 ਰੁਪਏ ਨੂੰ ਲਾ ਲਾਂਗੇ। ਕਿੱਥੇ ਜਾਵਾਂਗੇ ਅਸੀਂ ਕਿਸਾਨ ਵੀਰ ਜੀ? ਸੁਣ ਲਓ ਵੀਰ ਜੀ, ਕਿਉਂ ਜੀ ਵੀਰੇ? पानी पी लो जी। स्कूलों फोन आया सी, मैडम कह रहे सी कि बच्चों की फीस भर दो, जे फीस इस महीने ना भरी तो अगले महीने वो नाम कट देंगे ते घर दा राशन भी मुक्या पिया। कोई नहीं कर लांगा, कोई हिला। सारे टाइम हिला हिला हिला, कुछ कर भी लो, घर वाल देख लो, बच्चे वाल देख लो, घर दे हालात देख लो, सारा दिन धरनिया ते बैठे रहंदे हो। ਤੁਹਾਡਾ ਤਾਂ ਆਹੀ ਕੁੱਤ ਕਲੇਸ਼ ਨਹੀਂ ਮੁੱਕਦਾ, ਕਰਕੇ ਆਉਣਾ ਮੈਂ ਕੁਝ। ਤੁਸੀਂ ਖਾਲੀ ਹੱਥੀਂ ਵਾਪਿਸ ਆ ਗਏ, ਰਾਸ਼ਨ ਪਾਣੀ ਤਾਂ ਲੈ ਕੇ ਨਹੀਂ ਆਏ। ਲਾਲਾ ਕਹਿੰਦਾ ਵੀ ਪਹਿਲਾਂ ਪੁਰਾਣੇ ਪੈਸੇ ਦੇ ਦਿਓ, ਫਿਰ ਮੈਂ ਅੱਗੇ ਰਾਸ਼ਨ ਦਊਂਗਾ। ਤੁਸੀਂ ਮੇਰੀ ਪਿਆਰ ਨਾਲ ਗੱਲ ਸੁਣੋ, ਧਰਨਿਆਂ ਦੀ ਜਿੱਦ ਛੱਡੋ ਤੇ ਆਪਣੀ ਫਸਲ ਪ੍ਰਾਈਵੇਟ ਡੀਲਰਾਂ ਨੂੰ ਹੀ ਵੇਚ ਦਿਓ। ਚੱਲ ਦੇਖਦੇ ਹਾਂ ਜੋ ਰੱਬ ਨੂੰ ਮਨਜ਼ੂਰ। ਸਰ ਜੀ ਸਤਿ ਸ਼੍ਰੀ ਅਕਾਲ ਜੀ। ਆ ਜਾਏ ਅੰਦਰ, ਆ ਜਾਏ। ਆ ਜੀ ਆਓ। ਸਰ ਇੱਕ ਕਰਜ਼ ਲੈ ਕੇ ਆਇਆ ਸੀ ਜੀ ਤੁਹਾਡੇ ਕੋਲ, ਮੈਂ ਫਸਲ ਵੇਚਣੀ ਸੀ ਜੀ ਆਪਣੀ। ਆ ਜਾਓ ਬੈਠੋ ਜੀ, ਆਪਾਂ ਫਸਲ ਲੈਣ ਵਾਸਤੇ ਬੈਠੇ ਆ। ਕੋਈ ਗੱਲ ਨਹੀਂ, ਚਾਹ ਵਗੈਰਾ ਪੀਨੇ ਆ, ਫਿਰ ਆਪਾਂ ਗੱਲ ਕਰਦੇ ਆ। ਕੋਈ ਗੱਲ ਨਹੀਂ। ਨਹੀਂ ਨਹੀਂ, ਬਸ ਹੀ ਚਾਹ ਹੀ, ਤੁਹਾਡਾ ਚਾਹ ਠੰਡਾ ਹੀ। ਨਾ ਨਾ ਕੋਈ ਗੱਲ ਨਹੀਂ, ਚਾਹ ਮੰਗਾਉਂਦੇ ਆਪਾਂ। ਹਾਂ ਰਾਜੂ 2 ਕੱਪ ਚਾਹ ਭੇਜੀ। ਹਾਂ ਦੁੱਧ ਦੀ ਬੱਤੀ ਭੇਜ ਦੀ। ਹਾਂ ਆ ਲਓ ਜੀ ਚਾਹ ਪੀਓ। ਹਾਂ ਜੀ, ਕਿੰਨੇ ਕਿੱਲੇ ਦੀ ਖੇਤੀ ਕਰਦੇ ਹੋ? ਆਪਾਂ 3 ਕਿੱਲਿਆਂ ਦੀ ਖੇਤੀ ਕਰਦੇ ਹਾਂ। ਤੇ ਫਸਲ ਦਾ ਕੀ ਰੇਟ ਚੱਲਦਾ ਜੀ ਆਪਣੇ ਲਈ? ਆਪਾਂ ਨਾ ਤੁਹਾਡੀ ਫਸਲ ਸਰਕਾਰੀ ਰੇਟ ਨਾਲ 200 ਰੁਪਏ ਕੁਇੰਟਲ ਵੱਧੇ ਦੇਵਾਂਗੇ ਤੁਹਾਨੂੰ। 200 ਰੁਪਏ ਕੁਇੰਟਲ? ਹਾਂ ਜੀ ਹਾਂ, ਜਿੰਨੀ ਮਰਜ਼ੀ ਹੋਵੇ ਤੁਹਾਡੀ, ਆਪਾਂ 200 ਰੁਪਏ ਤੁਹਾਨੂੰ ਕੁਇੰਟਲ ਮਗਰ ਵੱਧੇ ਦੇਵਾਂਗੇ। ਬਹੁਤ ਮਿਹਰਬਾਨੀ ਹੈ ਤੁਹਾਡੀ, ਬਹੁਤ ਮਿਹਰਬਾਨੀ। ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ, ਅਸੀਂ ਬੈਠੇ ਹਾਂ, ਅਸੀਂ ਉਹਦੇ ਕਿਸਾਨਾਂ ਵਾਸਤੇ ਬੈਠੇ ਹਾਂ। ਕਿਸੇ ਚੀਜ਼ ਦੀ ਵੀ ਦਿੱਕਤ ਆਵੇ, ਲੋੜ ਪਵੇ, ਸਾਡੇ ਲਵੇ ਆਓ। ਜਨਾਬ ਤੇ ਮੈਨੂੰ ਥੋੜੀ ਜਿਹੀ ਅੱਜ ਪੇਮੈਂਟ ਮਿਲ ਜੂਗੀ ਲੱਖ ਰੁਪਏ। ਥੋੜੀ ਕਿਉਂ, ਸਾਰੀ ਪੇਮੈਂਟ ਦੇਣੀ ਆ ਤੁਹਾਨੂੰ। ਪੇਮੈਂਟ ਤੁਹਾਨੂੰ ਸਾਰੀ ਦੇਵਾਂਗੇ, ਕੋਈ ਗੱਲ ਨਹੀਂ। ਆ ਥੋੜ੍ਹੀਆਂ ਫਾਰਮੈਲਿਟੀਆਂ ਪੂਰੀਆਂ ਕਰ ਲਈਏ, ਬਸ ਆਹ ਫਾਰਮੈਲਿਟੀਆਂ ਥੋੜ੍ਹੀਆਂ ਇਹਦੇ ਸਾਈਨ ਕਰ ਦਿਓ, ਫਿਰ ਤੁਹਾਨੂੰ ਪੇਮੈਂਟ ਵੀ ਦੇਣੀ ਆ, ਟੈਨਸ਼ਨ ਨਾ ਲਓ। ਆ ਲਓ ਇਹਦੇ ਸਾਈਨ ਕਰੋ। ਠੀਕ ਹੈ 3 ਕਿੱਲੇ ਦੀ ਫਸਲ ਦੀ ਪੇਮੈਂਟ ਤੁਹਾਨੂੰ ਅੱਜ ਸਾਰੀ ਇਕੱਠੀ ਦੇ ਦਿੰਦੇ ਆ। ਠੀਕ ਹੈ ਜੀ। ਇਹ ਵੈਸੇ ਜਨਾਬ ਇਹਦੇ 'ਚ ਲਿਖਿਆ ਕੀ ਹੋਇਆ? ਇਹ ਤੁਹਾਡੇ ਭਲੇ ਵਾਸਤੇ ਆ, ਤੁਹਾਡੇ ਫਾਇਦੇ ਵਾਸਤੇ ਆ ਇਹ। ਇਹਦੀ ਜਮਾ ਟੈਨਸ਼ਨ ਨਾ ਲਓ, ਤੁਹਾਡਾ ਫਾਇਦਾ ਹੀ ਹੋਊਗਾ ਤੇ ਨੁਕਸਾਨ ਨਹੀਂ ਆਪਾਂ ਕਰਦੇ। ਲਓ ਜਨਾਬ, ਮੈਨੂੰ ਤੁਹਾਡੇ ਤੇ ਵਿਸ਼ਵਾਸ ਹੈ ਜੀ, ਜਿਵੇਂ ਤੁਸੀਂ ਕਰਿਆ ਵਧੀਆ ਹੀ ਹੋਊਗਾ। ਜਿਵੇਂ ਤੁਸੀਂ ਫਸਲ ਦਾ ਰੇਟ ਵਧੀਆ ਦਿੱਤਾ, ਮੈਨੂੰ ਲੱਗਦਾ ਇਹਦੇ 'ਚ ਵੀ ਕੁਝ ਵਧੀਆ ਹੀ ਲਿਖਿਆ ਹੋਊਗਾ ਜੀ। ਲਓ ਜੀ, ਕੋਈ ਨਾ, ਤੁਹਾਡਾ ਹਿਸਾਬ ਕਿਤਾਬ ਲਾ ਕੇ ਨਾ ਤੁਹਾਨੂੰ 3 ਕਿੱਲਿਆਂ ਦੀ ਪੇਮੈਂਟ ਅੱਜ ਹੀ ਦੇ ਦੇਣਾ ਮੈਂ। ਬਸ 5 ਮਿੰਟ ਬੈਠੋ। ਠੀਕ ਹੈ ਜੀ। ਆ ਲਓ ਚੈੱਕ, ਜਾ ਕੇ ਚਾਹੇ ਹੁਣੇ ਲਾ ਦਿਓ ਬੈਂਕ 'ਚ, ਕਢਾ ਲਓ ਪੇਮੈਂਟ। 3 ਕਿੱਲੇ ਦੀ ਪੇਮੈਂਟ ਤੁਹਾਨੂੰ ਅੱਜ ਹੀ ਕਰਤੀ ਮੈਨੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।
ਰੱਬ ਸੁੱਖ ਰੱਖੇ ਕਿ ਵੀ ਵਧੀਆ ਚੰਗਾ ਹੀ ਫਿਰ ਮੈਂ ਚੱਲਦਾ ਓਕੇ, ਹੋਰ ਬੈਠੋ, ਚਾਹ ਪਾਣੀ ਹੋਰ ਲੈ ਲਓ। ਬਾਬਾ ਭਾਈ ਲਓ ਜੀ, ਆਪਣੀ ਫਸਲ ਵਧੀਆ ਰੇਟ ਤੇ ਵਿਕ ਗਈ ਤੇ ਲਾਲੇ ਦੇ ਮੈਂ ਨਿਬੇੜਿਆ ਹਿਸਾਬ ਕਿਤਾਬ ਜਿੰਨਾ ਪਿਛਲਾ ਸੀਗਾ ਤੇ ਉਹਨੂੰ ਕਹਿਤਾ ਵੀ ਹੁਣ ਮਹੀਨੇ ਦਾ ਰਾਸ਼ਨ ਪਹਿਲਾਂ ਭੇਜ ਦੂਗਾ, ਮੈਡਮ ਨੂੰ ਫੀਸ ਦੇ ਦਿਓ, ਕਹਿ ਦਿਓ ਵੀ ਆਪਣੇ ਬੱਚਿਆਂ ਦਾ ਨਾਮ ਨਾ ਕੱਟਣ। ਠੀਕ ਹੈ ਜੀ। ਦੇਖਿਆ, ਮੈਂ ਤੁਹਾਨੂੰ ਕਿਹਾ ਸੀ ਨਾ ਪ੍ਰਾਈਵੇਟ ਡੀਲਰ ਇੰਨੇ ਵੀ ਮਾੜੇ ਨਹੀਂ ਹੁੰਦੇ। ਰੱਬ ਨੇ ਆਪਣਾ ਹੁਣ ਤੱਕ ਸਾਥ ਦਿੱਤਾ, ਅੱਗੇ ਵੀ ਦਊਗਾ। ਤੁਸੀਂ ਆਪਣੇ ਆਪ ਤੇ ਹੌਸਲਾ ਲਓ। ਇਹ ਤਾਂ ਤੇਰੀ ਗੱਲ ਸਹੀ ਹੈ। ਹਾਂਜੀ। ਵੀਡੀਓ ਸੀਗਾ ਜੀ ਸਰਕਾਰ ਜੀ, ਹੋਰ ਠੀਕ ਠਾਕ ਜੀ ਠੀਕ ਠਾਕ ਬੈਠੋ। ਹੋਰ ਕੀ ਕਰ ਪਾ ਠੀਕ ਠਾਕ ਤੁਸੀਂ ਸੁਣਾਓ, ਠੀਕ ਠਾਕ? ਸਭ ਵਧੀਆ ਸਭ ਵਧੀਆ ਕਿਵੇਂ ਆਉਣਾ ਹੋਇਆ? ਬੱਬੀ ਜੀ ਇੱਕ ਕੰਮ ਆਇਆ ਸੀਗਾ, ਥੋੜੇ ਜਿਹੇ ਪੈਸਿਆਂ ਦੀ ਲੋੜ ਸੀ ਜੀ। ਪੈਸੇ ਤਾਂ ਮੁਸ਼ਕਿਲ ਹੈ, ਕਿਉਂਕਿ ਯਾਰ ਪੈਸੇ ਪਿੱਛੋਂ ਖਾਤੇ 'ਚ ਨਹੀਂ ਪੈ ਰਹੇ। ਤੁਸੀਂ ਕਰੋ ਜੀ ਕੋਈ ਹਿੱਲਾ, ਬੀ ਲੈਣਾ ਸੀਗਾ ਜੀ, ਰੇ ਦਵਾਈਆਂ ਚੱਕਣੀਆਂ ਸੀਗੀਆਂ। ਨਾ ਨਾ, ਹੁਣ ਐਜ ਦੀ ਤਾਂ ਤੈਨੂੰ ਹਿੱਲਾ ਕਰਨਾ ਪਊਗਾ। ਹੁਣ ਪੈਸੇ ਸਾਡੇ ਲਈ ਵੀ, ਅਸੀਂ ਪੈਸੇ ਕਿੱਥੋਂ ਦੇ ਦਈਏ? ਸਾਨੂੰ ਸਾਡਾ ਆੜਤੀਆ ਦਾ ਪੈਸੇ ਦੇ ਦਿੰਦਾ ਹੁੰਦਾ ਸੀਗਾ ਜੀ। ਨਾ ਨਾ, ਹੁਣ ਪਿੱਛੋਂ ਸਰਕਾਰ ਪਾਈ ਨਹੀਂ ਰਹੀ ਪੈਸੇ ਖਾਤਿਆਂ 'ਚ। ਨਹੀਂ ਆਪਾਂ ਇਹ ਕਦੇ ਤੁਹਾਨੂੰ ਜਵਾਬ ਦਿੱਤਾ ਹੀ ਨਹੀਂ ਹੈਗਾ। ਕੋਈ ਤਾਂ ਹਿੱਲਾ ਹੋ ਸਕਦਾ ਜੀ। ਨਾ ਨਾ, ਕੋਈ ਹਿੱਲਾ ਨਹੀਂ ਹੋ ਸਕਦਾ ਇਸ ਟਾਈਮ। ਮੈਂ ਫਸਲ ਕਿਵੇਂ ਪਾਲੂੰਗੀ? ਇਹ ਤੁਹਾਡੀ ਸਿਰਦਰਦੀ ਹੈ ਨਾ, ਇਹ ਸਾਡੀ ਸਿਰਦਰਦੀ ਨਹੀਂ ਹੈਗੀ। ਤੁਸੀਂ ਕੁਛ ਤਾਂ ਉਹ ਕਰੋ ਜੀ। ਤੁਹਾਡਾ ਐਗਰੀਮੈਂਟ ਤਾਂ ਹੋਇਆ ਪਿਆ, ਤੁਹਾਡੇ ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਪਿਆ ਵੀ ਤੁਹਾਨੂੰ ਅਸੀਂ ਕੋਈ ਪੈਸਾ ਨਹੀਂ ਦੇਣਾ। 6 ਮਹੀਨੇ ਬਾਅਦ ਤੁਹਾਡੀ ਫਸਲ ਆਊਗੀ, ਫਿਰ ਪੇਮੈਂਟ ਦੇਣੀ ਆ। ਹੁਣ ਅਸੀਂ ਤੁਹਾਨੂੰ ਕਾਹਦੇ ਪੈਸੇ ਦੇ ਦਈਏ? ਫਾਲਤੂ ਸਾਡੇ ਕੋਲ ਕੋਈ ਪੈਸਾ ਨਹੀਂ, ਸਰਕਾਰ ਪੈਸੇ ਨਹੀਂ ਪਾਉਂਦੀ। ਐਗਰੀਮੈਂਟ 'ਚ ਆ ਕੁਛ ਲਿਖਿਆ ਹੋਇਆ ਸੀ? ਹਾਂਜੀ ਹਾਂ, ਵੀ ਤੁਹਾਡਾ ਵਿੱਚ ਦੀ ਤੁਹਾਨੂੰ ਕੋਈ ਪੇਮੈਂਟ ਨਹੀਂ ਮਿਲੂ। ਜੋ ਹਿਸਾਬ ਕਿਤਾਬ ਉਹ 6 ਮਹੀਨੇ ਬਾਅਦ ਹਿਸਾਬ ਕਿਤਾਬ ਹੋਊਗਾ। ਤੇ ਉਹ ਜੀ ਕੋਈ ਤਾਂ ਉਹ ਕਰੋ ਨਾ, ਕੋਈ ਹੱਲ ਨਹੀਂ ਹੋਣਾ। ਸਰਕਾਰ ਖਾਤੇ ਪੇਮੈਂਟ ਪਾਈ ਨਹੀਂ ਰਹੀ। ਤੈਨੂੰ ਸੁਣਿਆ ਨਹੀਂ? ਦੋ ਵਾਰੀ ਕਹਿੰਦਾ ਵੀ ਹੈ ਨਹੀਂ ਪੇਮੈਂਟ, ਫਿਰ ਬੈਠਾ ਤੂੰ। ਹੋਰ ਬੰਦੇ ਬੈਠੇ ਨੇ, ਉਹ ਪਾਗਲ ਨੇ, ਉਹਨਾਂ ਨੂੰ ਵੀ ਮਿਲਣਾ ਮੈਨੇ। ਚੱਲ ਖੜਾ ਹੋ, ਤੇਰੇ ਇਕੱਲੇ ਬਾਤ ਤੇ ਮੈਂ ਬੈਠਾ ਉਰੇ। ਚੱਲ ਚੱਲ ਖੜਾ ਹੋ, ਚੱਲ ਬਾਰੇ। ਚੰਗਾ ਹੈਲੋ, ਆ ਕਿਹਦਾ ਫੋਨ ਆ ਗਿਆ? ਅੱਛਾ, ਹੈਲੋ। ਹਾਂਜੀ ਵੀਰ ਜੀ, ਹੋ ਠੀਕ ਠਾਕ ਜੀ? ਓ ਹਾਂ ਨਿਰਮਲ ਸਿੰਘ ਜੀ, ਕੀ ਹਾਲ ਨੇ ਤੁਹਾਡੇ? ਠੀਕ ਹੋ? ਹਾਂਜੀ, ਮੈਂ ਆਪਣੀ ਦੁਕਾਨ ਤੇ ਆਇਆ ਹੋਇਆ ਸੀਗਾ ਜੀ। ਹੈ ਦੁਕਾਨ? ਹਾਂ, 48 ਦੇ ਜੀ। ਉਹ ਨਹੀਂ ਨਹੀਂ ਨਿਰਮਲ, ਆਪਾਂ ਯਾਰ ਉਹ ਕੰਮ ਛੱਡਤਾ ਆੜਤ ਦਾ। ਹੁਣ ਆਪਾਂ ਆੜਤ ਦਾ ਕੰਮ ਨਹੀਂ ਕਰਦੇ ਹੈਗੇ। ਮੈਂ ਤਾਂ ਟੀਵੀ ਫਰਿੱਜਾਂ ਦੀ ਦੁਕਾਨ ਖੋਲੀ ਹੈ। ਜੇ ਤੈਨੂੰ ਕੋਈ LCD ਚਾਹੀਦੀ ਹੋਈ ਮੇਰੇ ਕੋਲ ਹੀ ਆਈ, ਆਪਾਂ ਤੈਨੂੰ ਦੇ ਦਾਂਗੇ ਕਿਸ਼ਤਾਂ ਤੇ। ਯਾਰ ਹੁਣ ਨਹੀਂ ਆਪਾਂ ਨਾਲੇ ਆੜਤ ਦਾ ਕੰਮ ਕਰਦੇ ਹੈਗੇ। ਅੱਛਾ ਅੱਛਾ ਵੀਰ ਜੀ, ਠੀਕ ਹੈ ਜੀ। ਹਾਂਜੀ ਦੱਸੋ, ਅੱਜ ਕਿਵੇਂ ਯਾਦ ਕੀਤਾ? ਕੰਮ ਆਇਆ ਸੀਗਾ ਜੀ, ਇੱਕ ਪੈਸਿਆਂ ਦੀ ਲੋੜ ਸੀ। ਯਾਰ ਪੈਸੇ ਦਾ ਮੈਂ ਤਾਂ ਕੋਈ ਹਿੱਲਾ ਕਰ ਨਹੀਂ ਸਕਦਾ, ਕਿਉਂਕਿ ਆਪਾਂ ਯਾਰ ਹੁਣੇ ਕੰਮ ਹੀ ਨਹੀਂ ਕਰਦੇ ਹੈਗੇ, ਇਹ 'ਚ ਡੀਲਿੰਗ ਹੀ ਨਹੀਂ ਕਰਦੇ ਹੈਗੇ। ਇਹ 'ਚ ਮੈਂ ਤਾਂ ਤੇਰਾ ਕੋਈ ਹਿੱਲਾ ਕਰ ਨਹੀਂ ਸਕਦਾ। ਪਰ ਆਪਣਾ ਇੱਕ ਦੋਸਤ ਹੈਗਾ, ਉਹ ਵਿਆਜੂ ਪੈਸੇ ਦਿੰਦਾ ਹੈਗਾ, ਪ੍ਰਾਈਵੇਟ ਫਾਈਨਾਂਸਰ ਆ, ਤੇ ਉਹ ਤੇਰੀ ਹੈਲਪ ਕਰ ਦੂਗਾ। ਪ੍ਰਾਈਵੇਟ ਫਾਈਨਾਂਸਰ ਪੈਸੇ ਦੇ ਦੂਗਾ ਜੀ ਆਪਾਂ ਨੂੰ? ਹਾਂ ਹਾਂ ਕਰ ਦੂਗਾ। ਮੇਰਾ ਨਾਂ ਲੈ ਦੀ, ਆਨੰਦ ਆੜਤੀਏ ਨੇ ਭੇਜਿਆ। ਤੇ ਉਹ ਮੈਂ ਤੈਨੂੰ ਨੰਬਰ ਟੈਕਸਟ ਕਰ ਦਿੰਦਾ, ਤੇ ਉਹ ਤੂੰ ਉਹਨੂੰ ਕਾਲ ਕਰ ਲਈ ਤੇ ਉਹਦੇ ਕੋਲ ਜਾਈਂ, ਉਹ ਤੈਨੂੰ ਦੇ ਦੂਗਾ ਪੈਸੇ। ਅੱਛਾ ਜੀ। ਤੇ ਗੱਲ ਸੁਣ, ਤੇ ਤੂੰ ਆਪਣੇ ਕਾਗਜ਼ ਲੈ ਜੀ ਜ਼ਮੀਨ ਦੇ ਜਾਂ ਟਰੈਕਟਰ ਦੇ, ਉਹ ਕਿਉਂਕਿ ਸਿਕਿਉਰਿਟੀ ਵਜੋਂ ਕਾਗਜ਼ ਰੱਖੂਗਾ, ਫੇਰ ਤੈਨੂੰ ਪੈਸੇ ਦੇਊਗਾ। ਸਿਕਿਉਰਿਟੀ ਵਾਸਤੇ ਕਾਗਜ਼ ਜੀ? ਕੋਈ ਗੱਲ ਨਹੀਂ ਜੀ, ਮੈਂ ਲੈ ਜਾਊਂਗਾ ਨਾਲ, ਕਾਗਜ਼ ਲੈ ਜਾਊਂਗਾ।
ਹਾਂ ਚੱਲ ਠੀਕ ਹੈ, ਚੱਲ ਜੀ ਉਹਦੇ ਕੋਲ ਤੈਨੂੰ ਨਿਸ਼ਚਿਤ ਰਹਿ ਦੇ ਦੂਗਾ ਪੈਸੇ। ਠੀਕ ਹੈ ਵੀਰ ਜੀ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਹਾਂਜੀ ਕਿਵੇਂ ਆਏ? ਜਨਾਬ ਤੁਹਾਨੂੰ ਆਨੰਦ ਸਾਹਿਬ ਨੇ ਫੋਨ ਕੀਤਾ ਹੋਊਗਾ, ਆੜਤੀ ਸਾਹਿਬ ਸੀਗੇ ਜਿਹੜੇ ਪਹਿਲਾਂ ਆਪਣੇ। ਅੱਛਾ ਨਾਭੇ ਵਾਲੇ? ਹਾਂਜੀ ਹਾਂਜੀ ਉਹਨਾਂ ਨੇ ਅੱਛਾ phone ਹਾਂਜੀ ਦੱਸੋ। ਸਰ ਮੈਂ ਲੋਨ ਕਰਾਉਣਾ ਸੀਗਾ ਜੀ। ਹਾਂਜੀ ਕਿੱਥੋਂ ਆਏ ਹੋ? ਮੈਂ ਢਿੰਗੀ ਤੋਂ ਆਇਆ ਜੀ। ਅੱਛਾ ਅੱਛਾ ਨਿਰਮਲ ਸਿੰਘ ਜੀ? ਹਾਂਜੀ 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 ਆਇਆ ਸੀ ਫੋਨ ਉਹਨਾਂ ਦਾ, ਦੱਸੋ। ਹਾਂਜੀ ਮੈਨੂੰ ਲੋਨ ਚਾਹੀਦਾ ਸੀਗਾ ਜੀ ਥੋੜਾ ਜਿਹਾ। ਅੱਛਾ ਕਿੰਨੇ ਕੁ ਤੱਕ ਦਾ ਚਾਹੀਦਾ ਹੈ? ਮੈਨੂੰ 2-3 ਲੱਖ ਰੁਪਏ ਦਾ ਮਿਲ ਜਾਏ ਜਨਾਬ। ਅੱਛਾ ਤੇ ਆਪਣੀ ਫਸਲ ਕਿੰਨੀ ਕੁ ਹੋ ਜਾਂਦੀ ਹੈ? ਆਪਣੀ ਫਸਲ ਹੋ ਜਾਂਦੀ ਹੈ ਜੀ 3-4 ਲੱਖ ਰੁਪਏ ਦੀ। ਅੱਛਾ ਤੇ ਤੁਸੀਂ ਸਿਓਰਟੀ ਲਈ ਕੋਈ ਪੇਪਰ ਜਾਂ ਉਹ ਲੈ ਕੇ ਆਏ ਹੋ? ਹਾਂਜੀ ਹਾਂ ਮੇਰੇ ਕੋਲ ਜ਼ਮੀਨ ਹੈ ਮੇਰੀ ਥੋੜੀ ਜਿਹੀ, ਤੇ ਮੇਰੇ ਕਾਗਜ਼ ਨਹੀਂ ਜੀ ਕੁਛ। ਇਹਦਾ ਤੁਹਾਡੀ ਜ਼ਮੀਨ ਤੇ ਦਾ ਤੁਹਾਡਾ ਐਗਰੀਮੈਂਟ ਹੋਇਆ ਕੋਈ ਪ੍ਰਾਈਵੇਟ ਕਿਸੇ ਉਹਦੇ ਨਾਲ? ਹਾਂਜੀ ਹਾਂ ਮੈਂ ਕੰਪਨੀ ਨਾਲ ਪਿੱਛੇ ਜਿਹਾ ਐਗਰੀਮੈਂਟ ਕਰਿਆ ਸੀਗਾ। ਅੱਛਾ ਕਿਉਂ ਜਨਾਬ ਕੋਈ ਪ੍ਰੋਬਲਮ ਹੈ ਜੀ? ਤੁਹਾਡੀ ਜ਼ਮੀਨ ਤੇ ਤਾਂ ਉਹ ਲੋਨ ਲਈ ਬੈਠੇ ਨੇ ਪਹਿਲਾਂ? ਮੇਰੀ ਜ਼ਮੀਨ ਤੇ ਲੋਨ ਜਨਾਬ? ਮੈਂ ਤਾਂ ਕਦੇ ਲੋਨ ਕਰਾਇਆ ਨਹੀਂ ਜੀ। ਆ ਦੇਖੋ ਆਪਾਂ ਆਨਲਾਈਨ ਵੀ ਦੇਖਿਆ ਤੇ ਇਹਦੇ ਤਾਂ ਲੋਨ ਤੁਹਾਡਾ ਹੋ ਨਹੀਂ ਸਕਦਾ। ਇਹ ਕਿਵੇਂ ਹੋ ਗਿਆ? ਦੇਖੋ ਜੇ ਤੁਸੀਂ ਉਸ ਐਗਰੀਮੈਂਟ ਨਾਲ ਸਹਿਮਤ ਹੋਵੋਗੇ ਉਹਨਾਂ ਨੇ ਤਾਂ ਹੀ ਲੋਨ ਲਿਆ ਨਾ। ਹਾਂਜੀ ਐਵੇਂ ਦਾ ਕੋਈ ਲੋਨ ਧੱਕੇ ਨਾਲ ਤਾਂ ਕਰ ਨਹੀਂ ਸਕਦਾ ਜਾਂ ਕਰਾ ਸਕਦਾ। ਤੇ ਜਿਵੇਂ ਮੈਂ ਹੋਰ ਦੇਖਿਆ ਤੁਹਾਡੇ ਕੋਲ ਜਿਹੜੇ ਟਰੈਕਟਰ ਹੈ ਜੋ ਉਸ ਦੇ ਉੱਪਰ ਤੁਹਾਡਾ ਲੋਨ ਹੋ ਸਕਦਾ। ਉਹਦੇ ਤੇ ਕਿੰਨੇ ਕੁ ਦਾ ਹੋ ਜੂਗਾ ਜੀ? ਉਸ ਉੱਪਰ ਤੁਹਾਡਾ ਅਸੀਂ 1.5 ਲੱਖ ਰੁਪਏ ਦਾ ਲੋਨ ਕਰ ਸਕਦੇ ਹਾਂ। ਜਨਾਬ ਮਾੜਾ ਮੋਟਾ ਵੱਧ ਨਹੀਂ ਹੋ ਸਕਦਾ ਜੀ? ਦੇਖੋ ਵੱਧ ਤਾਂ ਨਹੀਂ ਹੋ ਸਕਦਾ ਪਰ ਇਸ ਤੋਂ ਜ਼ਿਆਦਾ ਨਹੀਂ ਮੈਂ ਕੁਝ ਕਰ ਸਕਦਾ। ਬਾਕੀ ਅੱਗੇ ਤੁਸੀਂ ਦੇਖ ਲਓ ਜਿਵੇਂ ਤੁਹਾਨੂੰ ਠੀਕ ਲੱਗਦਾ। ਜਨਾਬ ਦੇਖੋ ਜੀ ਜੇ ਕੋਈ ਹੀਲਾ ਬਣਦਾ। ਚਲੋ ਮੈਂ ਤੁਹਾਨੂੰ ਇਹਦੀ ਐਸਟੀਮੇਟ ਵਗੈਰਾ ਕਰਕੇ ਦੱਸ ਦਿੰਦਾ। ਹਾਂਜੀ, ਹਾਂਜੀ। ਕਿਵੇਂ ਆਪਾਂ ਨੂੰ ਹੋਊਗਾ। ਦੇਖੋ ਇਹਦਾ ਤੁਹਾਡਾ 1.5 ਲੱਖ ਦਾ 50,000 ਵਿਆਜ ਹੋ ਜਾਊਗਾ ਅੱਛਾ ਜੀ। ਤੇ ਟੋਟਲ ਤੁਹਾਨੂੰ ਮਤਲਬ 2 ਲੱਖ ਦੇ ਵਿੱਚ ਹੋ ਜੂਗੀ ਸਾਰੀ ਅਮਾਉਂਟ ਤੇ ਇਸ ਦੀ 15,000 ਰੁਪਏ ਕਿਸ਼ਤ ਬਣੂਗੀ। ਮੈਂ ਗਰੀਬ ਬੰਦਾ ਜੀ, ਵਿਆਜ ਵੀ ਮਾੜਾ ਜਿਹਾ ਦੇਖ ਕੇ ਲਾਓ। ਤੁਸੀਂ ਕਿਉਂ? ਦੇਖੋ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ। ਵਿਆਜ ਮੈਂ ਤੁਹਾਨੂੰ ਜਾਇਜ਼ ਹੀ ਲਾਇਆ, ਕੋਈ ਜ਼ਿਆਦਾ ਨਹੀਂ। ਬਾਕੀ ਅੱਗੇ ਤੁਸੀਂ ਦੇਖੋ ਵੀ ਕਰਨਾ ਜਾਂ ਜਿਵੇਂ ਜਾਂ ਨਹੀਂ ਕਰਨਾ। ਚਲੋ ਜਨਾਬ ਜਿਵੇਂ ਤੁਹਾਡੀ ਮਰਜ਼ੀ ਜੀ। ਆਹ ਲਓ ਤੁਹਾਡਾ ਲੋਨ ਰੈਡੀ ਹੋ ਗਿਆ ਤੇ ਸਾਈਨ ਕਰ ਦਿਓ। ਲਓ। ਜਨਾਬ ਬਹੁਤ ਬਹੁਤ ਧੰਨਵਾਦ ਜਨਾਬ, ਬਹੁਤ ਬਹੁਤ ਧੰਨਵਾਦ ਜੀ। ਦੇਖੋ ਨਿਰਮਲ ਸਿੰਘ ਜੀ ਇਹ ਧਿਆਨ ਰੱਖਿਓ ਵੀ ਪਹਿਲੀ ਤਰੀਕ ਨੂੰ ਮੇਰੇ ਕੋਲ 15,000 ਰੁਪਏ ਪਹੁੰਚ ਜਾਇਆ ਕਰੇ। ਇਹ ਨਾ ਹੋਵੇ ਵੀ ਮੈਨੂੰ ਮਜਬੂਰਨ ਤੁਹਾਡੇ ਘਰ ਤੱਕ ਆਉਣਾ ਪਵੇ। ਨਹੀਂ ਨਹੀਂ ਜਨਾਬ ਤੁਹਾਨੂੰ ਆਉਣ ਦੀ ਲੋੜ ਹੀ ਨਹੀਂ ਪੈਣੀ ਜੀ। ਠੀਕ ਠੀਕ ਹੈ ਜੀ। ਹਾਂਜੀ ਕੀ ਹਾਲ ਹੈ ਵੀਰ ਜੀ? ਸਤਿ ਸ਼੍ਰੀ ਅਕਾਲ ਜੀ। ਦੇਖੋ ਕਿਵੇਂ ਆਣਾ ਹੋਇਆ,
ਪੁੱਤ ਪਾਣੀ ਲੈ ਕੇ ਆ ਜਾ ਕੇ। बैठो वीर जी बैठो बैठो बैठो। ਲਿਆ ਵੀ ਲਿਆ ਮੁੰਡੇ ਉੱਪਰ। हाँ जी मालको किद्दां आना होया? ਸਾਨੂੰ ਤਾਂ ਕੰਪਨੀ ਨੇ ਭੇਜਿਆ ਤੇਰੀ ਫਸਲ ਦਾ ਮੁੱਲ ਲਾਉਣ ਆਏ ਆ। मैं मालको चाह पानी का हीला करदा, फिर मैं थोनू फसल भी दिखाउणा जी। ਚਾਹ ਪਾਣੀ ਸਾਡੇ ਕੋਲ ਟਾਈਮ ਨਹੀਂ, ਅਸੀਂ ਅੱਗੇ ਵੀ ਆਣਾ, ਸਾਨੂੰ ਫਸਲਾਂ ਦਿਖਾਓ। ਵੀਰ ਜੀ ਲਓ ਜੀ, ਇਸ ਵਾਰ ਦਾ ਫਸਲ ਤੁਹਾਡੀ ਕਿਰਪਾ ਨਾਲ ਬਹੁਤ ਵਧੀਆ ਖੜੀ ਹੈ ਜੀ। ਤੁਸੀਂ ਮਾਲਕ ਹੋ। ਦਾਣਾ ਨਰਮਾ ਦੇਖੋ ਵੀਰ ਸਾਡੀ ਕੰਪਨੀ ਦਾ 600 ਰੁਪਏ ਕੁਇੰਟਲ ਲਊਗੀ। ਨਹੀਂ ਨਹੀਂ ਵੀਰ ਜੀ, ਇਸ ਵਾਰ ਰੇਟ ਤਾਂ 1935 ਕੱਢਿਆ ਸਰਕਾਰ ਨੇ ਜੀ। 1935 ਨਹੀਂ, ਸਾਡੀ ਕੰਪਨੀ 600 1935 ਕੱਢਿਆ ਤਾਂ 1935 ਵਾਲਿਆਂ ਨੂੰ ਵੇਚ ਦੋ। ਸਾਨੇ ਤਾਂ 600 ਰੁਪਏ ਭਾਅ ਲਾਇਆ, ਸਾਡੀ ਕੰਪਨੀ ਨੇ ਤਾਂ 600 ਰੁਪਏ ਨੂੰ ਲੈਣੀ ਹੈ ਤੁਹਾਡੀ। ਨਹੀਂ ਜੀ, ਜੇ ਤੁਸੀਂ ਨਾ ਖਰੀਦੀ ਮੇਰੀ ਫਸਲ ਕੌਣ ਖਰੀਦੂ ਵੀਰ ਜੀ? ਵੀਰੇ ਕਿਰਪਾ ਆਪਣੀ ਕਰੋ। ਤਾਂ ਮੇਰੀ ਗੱਲ ਸੁਣੋ, ਗਰਮੀ ਇਹਦੇ ਚ ਬਹੁਤ ਹੈ, ਆਪਾਂ ਤਾਂ 600 ਰੁਪਏ ਨੂੰ ਲਾਵਾਂਗੇ। ਥੋੜਾ ਬਹੁਤਾ ਤਾਂ ਵੀਰ ਨਾ, ਜੀ, ਨਾ। ਥੋੜਾ ਬਹੁਤਾ ਤਾਂ ਇਹਦਾ ਆਹ ਦੇਖ ਖਰਚਾ ਵੀ ਨਹੀਂ ਸਾਰੀ ਪੂਰਾ ਕਰ ਰਹੀ ਹੈਗੀ। ਇਹਦਾ 600 ਰੁਪਏ ਨਰਮਾ ਨਾ। ਅਸੀਂ ਕਿਸਾਨ ਅਸੀਂ ਕਿੱਥੇ ਸਾਢੇ 600 ਜਾਵਾਂਗੇ? ਰੁਪਏ ਨੂੰ ਲਾ ਲਾਂਗੇ। ਕਿੱਥੇ ਜਾਵਾਂਗੇ ਅਸੀਂ ਕਿਸਾਨ ਵੀਰ ਜੀ? ਸੁਣ ਲਓ ਵੀਰ ਜੀ, ਕਿਉਂ ਜੀ ਵੀਰੇ? ਨੀ ਪੁੱਤ ਜੱਟਾਂ ਦਾ ਹਰ ਪਾਉਂਦਾ ਵੱਡੇ ਤੜਕੇ ਦਾ, ਹੋ ਤੇਰੀ ਅੱਖਾਂ ਮੂਰੇ ਨੱਚਦੀ ਸੂਰਤ ਪਿਆਰੀ। ਹੋਰ ਵੀ ਨਿਰਮਲ ਸਿਆ, ਕੀ ਹਾਲ ਚਾਲ ਆ? ਆਓ ਜੀ ਸਾਊਕਾਰ ਸਾਹਿਬ, ਕਿਵੇਂ ਆਉਣਾ ਹੋਇਆ? ਹਾਲ ਚਾਲ ਦੇ ਲੱਗਦੇ ਆ 3 ਮਹੀਨੇ ਹੋ ਗਏ ਤੇਰੀ ਕੋਈ ਕਿਸ਼ਤ ਨਹੀਂ ਆਈ। ਪੈਸੇ ਲੈ ਲੈਂਦੇ ਹੋ, ਦੇਣ ਵੇਲੇ ਤੋਂ ਪੈਸੇ ਨਹੀਂ ਹੁੰਦੇ ਤੁਹਾਡੇ ਕੋਲੇ। ਪੈਸੇ ਜਨਾਬ, ਮੇਰੀ ਤਾਂ ਆਪ ਫਸਲ ਦਾ ਮੁੱਲ ਨਹੀਂ ਪਿਆ। ਕਿਸ਼ਤਾਂ ਮੈਂ ਜ਼ਰੂਰ ਮੋੜ ਦੂੰਗਾ ਜਨਾਬ, ਇੱਕ ਅੱਧੇ ਮਹੀਨੇ ਦੀ ਮੋਹਲਤ ਹੋਰ ਦੇ ਦਿਓ। ਮੋਹਲਤ? ਤੈਨੂੰ ਪਹਿਲੇ ਹੀ 3-4 ਮਹੀਨਿਆਂ ਦੀ ਮੋਹਲਤ ਦੇ ਚੁੱਕੇ ਆ ਅਸੀਂ, ਹੁਣ ਹੋਰ ਮੋਹਲਤ ਨਹੀਂ। ਕਰਤਾਰੇ ਮਾਰ ਸੈਲਫ ਟਰੈਕਟਰ ਦੀ। ਨਾ ਜਨਾਬ, ਨਹੀਂ ਜਨਾਬ, ਐਵੇਂ ਨਾ ਕਰੋ ਜਨਾਬ, ਨਾ ਕਰੋ ਜਨਾਬ, ਐਵੇਂ ਨਾ ਕਰੋ ਵੀਰੇ। ਨਾ ਨਾ ਮੇਰਾ ਵੀਰ, ਆਹ ਜ਼ੁਲਮ ਨਾ ਕਰ। ਨਾ ਵੀਰੇ, ਆਹ ਜ਼ੁਲਮ ਨਾ ਕਰ। ਹਾਂਜੀ ਸਰ, ਲੈ ਜਾਈਏ ਜੀ। ਪੁੱਛਦਾ ਕੀ ਆ? ਲੈ ਜਾਓ ਲੈ ਜਾਓ। ਨਾ ਜਨਾਬ, ਨਾ ਆਹ ਜ਼ੁਲਮ ਨਾ ਕਰੋ ਜਨਾਬ। ਨਾ ਜਨਾਬ, ਆਹ ਜ਼ੁਲਮ ਨਾ ਕਰੋ ਜਨਾਬ। ਟਰੈਕਟਰ ਤਾਂ ਜੱਟ ਦਾ ਪੁੱਤ ਹੁੰਦਾ ਜਨਾਬ। ਮੈਂ ਕਿਤੋਂ ਪੈਸੇ ਜ਼ਰੂਰ ਇਕੱਠੇ ਕਰਕੇ ਜ਼ਰੂਰ ਮੋੜ ਦੂੰਗਾ। ਮੈਨੂੰ ਥੋੜੀ ਜਿਹੀ ਹੋਰ ਮੋਹ। ਕੋਈ ਮੋਹਲਤ ਨਹੀਂ ਹੋਏ, ਜਦ ਹੋਣਗੇ ਪੈਸੇ ਟਰੈਕਟਰ ਲੈ ਜੀ ਆਪਣਾ। ਜਨਾਬ ਏਦਾਂ ਨਾ ਕਰੋ ਜਨਾਬ, ਏਦਾਂ। ਬਾਪੂ ਆਪਣਾ ਟਰੈਕਟਰ ਕਿੱਥੇ ਲੈ ਗਏ? ਆਪਣਾ ਟਰੈਕਟਰ ਕਿੱਥੇ ਲੈ ਗਏ? ਆਪਣਾ ਟਰੈਕਟਰ ਕਿੱਥੇ ਲੈ ਗਏ? 1935 ਕੱਢਿਆ ਤਾਂ 1935 ਵਾਲਿਆਂ ਨੂੰ ਵੇਚ ਦੋ। ਸਾਨੇ ਤਾਂ 600 ਰੁਪਏ ਭਾਅ ਲਾਇਆ, ਸਾਡੀ ਕੰਪਨੀ ਨੇ ਤਾਂ 600 ਰੁਪਏ ਨੂੰ ਲੈਣੀ ਹੈ ਤੁਹਾਡੀ। ਨਹੀਂ ਜੀ, ਜੇ ਤੁਸੀਂ ਨਾ ਖਰੀਦੀ ਮੇਰੀ ਫਸਲ ਕੌਣ ਖਰੀਦੂ ਵੀਰ ਜੀ? ਕਿੱਥੇ ਜਾਵਾਂਗੇ ਅਸੀਂ ਕਿਸਾਨ ਵੀਰ ਜੀ? ਸੁਣ ਲਓ ਵੀਰ ਜੀ, ਕਿਉਂ ਜੀ ਵੀਰੇ? ਮੋਹਲਤ? ਤੈਨੂੰ ਪਹਿਲੇ ਹੀ 3-4 ਮਹੀਨਿਆਂ ਦੀ ਮੋਹਲਤ ਦੇ ਚੁੱਕੇ ਆ ਅਸੀਂ, ਹੁਣ ਹੋਰ ਮੋਹਲਤ ਨਹੀਂ। ਕਰਤਾਰੇ ਮਾਰ ਸੈਲਫ ਟਰੈਕਟਰ ਦੀ। ਨਾ ਜਨਾਬ, ਨਾ ਕਰੋ ਵੀਰੇ। ਨਾ ਨਾ ਮੇਰਾ ਵੀਰ, ਆਹ ਜ਼ੁਲਮ ਨਾ ਕਰ। ਨਾ ਵੀਰੇ, ਆਹ ਜ਼ੁਲਮ ਨਾ ਕਰ। ਬਾਪੂ ਕਿੱਥੇ ਆ ਤੂੰ? ਰੋਟੀ ਖਾ ਲਾ। ਬਾਪੂ ਆਇਆ, ਮੰਮੀ ਬੁਲਾਉਂਦੀ ਆ, ਰੋਟੀ ਖਾ ਲਾ। ਬਾਪੂ ਕਿੱਥੇ ਆ ਤੂੰ? ਬਾਪੂ
ਕੀ ਹੋਇਆ ਪ੍ਰੀਤ ਬਾਪੂ ਨੂੰ ਕੀ ਹੋ ਗਿਆ ਬਾਪੂ 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 ਆ ਵੀ ਕਰ ਲਿਆ ਤੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਵੀਡੀਓ 'ਚ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਜਦੋਂ ਇਹ ਖੇਤੀ ਬਿੱਲ ਪਾਸ ਹੋਣ ਤੋਂ ਬਾਅਦ ਕਿ ਕਿਸਾਨਾਂ ਨਾਲ ਆਉਣ ਵਾਲੇ ਟਾਈਮ 'ਚ ਕਿਵੇਂ ਦਾ ਸਲੂਕ ਕੀਤਾ ਜਾ ਸਕਦਾ ਹੈ। ਜੇ ਹੁਣ ਆਪਾਂ ਸੰਘਰਸ਼ ਵਿੱਚ ਆਪਾਂ ਕਿਸਾਨ ਨਾ ਡਟੇ ਰਹੇ ਹੈਨਾ, ਜੇ ਆਪਾਂ ਡੋਲ ਗਏ ਤੇ ਆਪਾਂ ਆਪਣੇ ਘਰਾਂ 'ਚ ਬੈਠੇ ਰਹੇ ਤਾਂ ਆਪਾਂ ਨੂੰ ਇਹੋ ਜਿਹੇ ਦਿਨ ਦੇਖਣੇ ਪੈ ਸਕਦੇ ਨੇ। ਇਸ ਲਈ ਤੁਸੀਂ ਸੰਘਰਸ਼ 'ਚ ਵੱਧ ਚੜ ਕੇ ਹਿੱਸਾ ਲਓ। ਇਹ ਲੜਾਈ ਕੋਈ ਛੋਟੀ ਨਹੀਂ ਹੈਗੀ, ਹੋ ਸਕਦਾ 6 ਮਹੀਨੇ ਚੱਲੇ, ਸਾਲ ਚੱਲੇ, 1.5 ਸਾਲ ਚੱਲੇ, ਪਰ ਆਪਾਂ ਫਿਰ ਵੀ ਇਹ ਸੰਘਰਸ਼ 'ਚ ਲੜਾਂਗੇ, ਐਂਡ ਤੱਕ ਲੜਾਂਗੇ ਤੇ ਮੋਦੀ ਸਰਕਾਰ ਨੂੰ ਦਿਖਾ ਦਾਂਗੇ ਕਿਸਾਨਾਂ ਬਿਨਾਂ ਉਹਨਾਂ ਦਾ ਕੁਝ ਨਹੀਂ ਸਰਨਾ। ਇਸ ਲਈ ਸਾਡੀਆਂ ਮੰਗਾਂ ਮੰਨਣੀਆਂ ਪੈਣੀਆਂ ਨੇ ਉਹਨਾਂ ਨੂੰ। ਇਸ ਲਈ ਘਰੇ ਨਾ ਬੈਠੋ, ਹੁਣੀ ਸੰਘਰਸ਼ 'ਚ ਜਾਓ, ਸਾਰਿਆਂ ਨੇ ਧਰਨੇ ਤੇ ਬੈਠੋ ਤੇ ਆਪਾਂ ਆਪਣੇ ਹੱਕਾਂ ਲਈ ਲੜੀਏ ਤਾਂ ਕਿ ਆਪਾਂ ਨੂੰ ਆਉਣ ਵਾਲੇ ਟਾਈਮ 'ਚ ਆਹ ਕੁਝ ਨਾ ਦੇਖਣਾ ਪਵੇ। ਤੇ ਇਸ ਲੜਾਈ ਵਿੱਚ ਜੇ ਆਪਾਂ ਨੂੰ ਆਪਣੇ ਸ਼ੀਸ਼ ਕਟਾਉਣ ਦੀ ਵੀ ਲੋੜ ਪਈ, ਬੰਦ ਕਟਾਉਣ ਦੀ ਵੀ ਲੋੜ ਪਈ, ਤਾਂ ਅਸੀਂ ਸਾਰੇ ਤਿਆਰ ਹਾਂ ਤੇ ਅਸੀਂ ਸਰਕਾਰ ਨੂੰ ਦਿਖਾ ਦਿਆਂਗੇ ਕਿ ਤੁਹਾਡੀਆਂ ਇਹ ਮਾੜੀਆਂ ਨੀਤੀਆਂ ਸਾਡੇ ਉੱਤੇ ਨਹੀਂ ਚੱਲ ਸਕਦੀਆਂ। ਤੇ ਮੈਂ ਇਸ ਦੇ ਉੱਤੇ ਥੋੜੀ ਜਿਹੀ ਐਗਜ਼ਾਮਪਲ ਲੈ ਕੇ ਗੱਲ ਕਰਨਾ ਚਾਹੁੰਦਾ। ਜਿਵੇਂ ਪਹਿਲਾਂ ਆਪਣੇ ਇੰਡੀਆ 'ਚ, ਆਪਣੇ ਭਾਰਤ 'ਚ ਈਸਟ ਇੰਡੀਆ ਕੰਪਨੀ ਆਈ ਸੀ ਤੇ ਉਹਨੇ ਆਪਣੀ ਮੋਨੋਪੋਲੀ ਸਥਾਪਿਤ ਕਰਕੇ ਆਪਣੇ ਉੱਤੇ ਰਾਜ ਕੀਤਾ ਸੀ ਤੇ ਹੁਣ ਇਹ ਅੰਬਾਨੀ ਅਡਾਨੀ ਵੀ ਕੰਪਨੀਆਂ ਬਣ ਕੇ ਆਪਣੇ ਪੰਜਾਬ 'ਚ ਆਉਣਗੀਆਂ ਤੇ ਆਪਣੇ ਉੱਤੇ ਰਾਜ ਕਰਨਗੀਆਂ। ਉਵੇਂ ਹੀ ਇਹ ਉਹ ਵੀ ਆਪਣੀ ਖੇਤੀਬਾੜੀ ਦੇਖ ਕੇ ਹੀ ਆਪਣੇ ਇੱਧਰ ਆਏ ਸੀਗੇ ਵੀ ਰੱਜੇ ਪੁੱਜਾ ਦੇਸ਼ ਹੈ, ਇਹਨੂੰ ਲੁੱਟ ਕੇ ਖਾ ਲਓ। ਹੁਣ ਆਪਣੇ ਪੰਜਾਬ ਨੂੰ ਦੇਖ ਕੇ ਵੀ ਇਹਨਾਂ ਦੀ ਕਿਸਾਨੀ ਦਾ, ਇਹਨਾਂ ਦਾ ਉਹ ਹੈ, ਇਹਨਾਂ ਨੂੰ ਲੁੱਟ ਕੇ ਖਾ ਲਓ। ਤਾਂ ਮੇਰੀ ਸਾਰਿਆਂ ਅੱਗੇ ਹੱਥ ਬੰਨ੍ਹ ਕੇ ਅਰਦਾਸ ਹੈ, ਹੱਥ ਬੰਨ੍ਹ ਕੇ ਬੇਨਤੀ ਹੈ ਵੀ ਆਪਣੇ ਆਪ ਨੂੰ ਇਸ ਲੜਾਈ ਦੇ ਹਿੱਸਾ ਬਣਾਓ। ਚਾਹੇ ਉਹ ਕੋਈ ਛੋਟਾ ਦੁਕਾਨਦਾਰ ਹੈ, ਚਾਹੇ ਵੱਡਾ ਦੁਕਾਨਦਾਰ ਹੈ, ਚਾਹੇ ਕੋਈ ਆਮ ਆਦਮੀ ਹੈ, ਚਾਹੇ ਉਹ ਕਿਸੇ ਵੀ ਧਰਮ ਦਾ ਹੈ, ਚਾਹੇ ਹਿੰਦੂ, ਮੁਸਲਿਮ, ਸਿੱਖ, ਈਸਾਈ, ਕਿਸੇ ਵੀ ਧਰਮ ਦਾ ਹੈ। ਇਹ ਆਪਣੀ ਹੋਂਦ ਖਤਮ ਕਰਨ ਦਾ ਬਿੱਲ ਨੇ ਵੀਰ ਜੀ, ਇਹ ਕਿਸਾਨੀ ਖਤਮ ਕਰਨ ਦੇ ਬਿੱਲ ਨਹੀਂ ਹੈਗੇ। ਜੇ ਕਿਸਾਨ ਨਹੀਂ ਰਹੂਗਾ ਤਾਂ ਕੁਝ ਸਾਰੇ ਜਿਹੜੇ ਪਾਰਟੀਬਾਜ਼ੀ ਵਾਲੇ ਨੇ ਉਹਨਾਂ ਨੂੰ ਬੇਨਤੀ ਕਰਦਾ ਵੀ ਪਾਰਟੀਬਾਜ਼ੀ ਛੱਡ ਕੇ ਇੱਕ ਸਟੇਜ ਤੇ ਇਕੱਠੇ ਹੋ, ਏਕਾ ਹੋ ਕੇ ਚੱਲੋ। 10,000 ਦੇ 3 ਗਰੁੱਪ ਬਣਾ ਕੇ ਚੱਲਦੇ ਆਂ ਵੀ ਲੱਖਾਂ ਦੇ ਇਕੱਠੇ ਬਣਾ ਕੇ ਚੱਲੋ ਤਾਂ ਕਿ ਸਰਕਾਰ ਤੇ ਦਬਾਅ ਵੀ ਪਵੇ। ਹਾਂ, ਤੇ ਜਿਵੇਂ ਵੀਰ ਨੇ ਦੱਸਿਆ ਆਪਾਂ 3-4 ਗੱਲਾਂ ਨੇ ਇਹਨਾਂ ਦੇ ਧਿਆਨ ਦੇਣ ਵਾਲਾ। ਤੇ ਮੇਰਾ ਵੀਰ, ਹੁਣ ਆਪਾਂ ਕਿਸੇ ਪਾਰਟੀ ਨੂੰ ਸਪੋਰਟ ਨਹੀਂ ਕਰ ਰਹੇ, ਆਪਾਂ ਆਪਣੀ ਹੋਂਦ ਨੂੰ ਸਪੋਰਟ ਕਰ ਰਹੇ ਹਾਂ। ਜੇ ਆਪਾਂ ਆਹ ਕੰਮ ਨਹੀਂ ਕਰਿਆ ਆਪਣੀ ਹੋਂਦ ਮੁੱਕ ਜਾਣੀ ਆ। ਕਿਉਂਕਿ ਨਹੀਂ ਇਹੀ ਆਟਾ ਤੁਹਾਨੂੰ 25 ਰੁਪਏ ਕਿਲੋ ਵਾਲਾ ਆਟਾ ਆਉਂਦੇ ਵਾਲੇ ਟਾਈਮ 'ਚ ਵੀ 100 ਰੁਪਏ ਕਿਲੋ ਆਟਾ ਮਿਲੂਗਾ। ਇਹ ਸਭ ਦੇ ਹੀ ਆਊਗਾ, ਚਾਹੇ 100 ਰੁਪਏ, ਚਾਹੇ ਉਹ ਦਿਹਾੜੀ ਕਰਦਾ, ਚਾਹੇ ਉਹ ਅਮੀਰ ਹੈ, ਗਰੀਬ ਹੈ, ਇਹ ਸਾਰਿਆਂ ਦੇ ਪੈਣਗੇ। ਤੇ ਇਹਨਾਂ ਵਪਾਰੀਆਂ ਨੂੰ ਆਪਣੇ ਉਰੇ ਵੜਨ ਦਾ ਨਾ ਵੜਨ ਦਿਓ ਤੇ ਇਕੱਠੇ ਚੱਲੋ। ਧੰਨਵਾਦ।